ਕਿਸੇ ਸਿਆਣੇ ਨੇ ਕਿਹਾ, ਅਸੀਂ ਉਹ ਹਾਂ ਜੋ ਸਾਡੀਆਂ ਆਦਤਾਂ ਸਾਨੂੰ ਬਣਾਉਂਦੀਆਂ ਹਨ। ਵੀ ਆਰ ਵਟ ਵੀ ਰਿਪੀਟਡਲੀ ਡੂ। ਐਕਸਲੈਂਸ ਦੈਨ ਇਜ਼ ਨਾਟ ਐਨ ਐਕਟ ਬਟ ਅ ਹੈਬਿਟ। ਦਰਅਸਲ ਕਿਸੇ ਵੀ ਆਦਤ ਦਾ ਸਿਲਸਿਲਾ ਇੱਕ ਸੋਚ ਤੋਂ ਹੀ ਸ਼ੁਰੂ ਹੁੰਦਾ ਹੈ। ਸਾਡੀ ਇੱਕ ਸੋਚ ਕਿਸੇ ਕੰਮ ਨੂੰ ਅੰਜਾਮ ਦਿੰਦੀ ਹੈ ਅਤੇ ਸਾਡਾ ਰੋਜ਼ ਦਾ ਫਿਰ ਕੀਤਾ ਕੰਮ ਇੱਕ ਆਦਤ ਨੂੰ ਜਨਮ ਦਿੰਦਾ ਹੈ। ਸਾਡੀਆਂ ਆਦਤਾਂ ਸਾਡੇ ਕਿਰਦਾਰ ਨੂੰ ਬਣਾਉਂਦੀਆਂ ਹਨ ਅਤੇ ਸਾਡਾ ਫਿਰ ਕਿਰਦਾਰ ਇਹ ਤੈਅ ਕਰਦਾ ਕਿ ਸਾਡਾ ਆਉਣ ਵਾਲਾ ਜੀਵਨ ਕਿਹੋ ਜਿਹਾ ਹੋਏਗਾ। ਇਸ ਲਈ ਆਦਤਾਂ ਸਾਡੇ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰੋਲ ਨਿਭਾਉਂਦੀਆਂ ਹਨ। ਉਹ ਚਾਹੇ ਚੰਗੀਆਂ ਹੋਣ ਜਾਂ ਬੁਰੀਆਂ। ਚੰਗੀਆਂ ਆਦਤਾਂ ਹੋਣਗੀਆਂ ਤਾਂ ਜੀਵਨ ਸੁਖਦਾਈ ਹੋ ਜਾਏਗਾ, ਅਤੇ ਜੇ ਬੁਰੀਆਂ ਹੋਣ ਤਾਂ ਸਾਡਾ ਤਾਂ ਸਾਡੇ ਆਸੇ ਪਾਸੇ ਦੇ ਲੋਕਾਂ ਦਾ ਜੀਵਨ ਦੁਖਦਾਈ ਹੋ ਜਾਏਗਾ। ਇੱਕ ਗੁਰਵਾਕ ਹੈ, ਜਿਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਘਾਲੀਏ। ਫਿਰ ਕਿਉਂ ਨਾ ਚੰਗੀਆਂ ਆਦਤਾਂ ਅਪਣਾਈਆਂ ਜਾਣ, ਪਰ ਆਓ ਵਿਚਾਰੀਏ ਕਿ ਆਦਤਾਂ ਪੈਂਦੀਆਂ ਕਿਵੇਂ ਹਨ। ਇੱਕ ਥਿਊਰੀ ਮੁਤਾਬਕ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਜਾਂ ਕਿਸੇ ਨੂੰ ਕੋਈ ਕੰਮ ਕਰਦਾ ਦੇਖਦੇ ਹਾਂ ਤਾਂ ਮਨ ਵਿੱਚ ਇੱਕ ਖਾਹਸ਼ ਪੈਦਾ ਹੁੰਦੀ ਹੈ ਕਿ ਅਸੀਂ ਵੀ ਉਹ ਕੰਮ ਕਰਕੇ ਦੇਖੀਏ। ਭਾਵ ਕਿ ਮਨ ਇੱਥੇ ਟ੍ਰਿਗਰ ਹੋ ਗਿਆ ਅਤੇ ਇਸਨੇ ਸਰੀਰ ਨੂੰ ਪ੍ਰੇਰਣਾ ਕੀਤੀ ਕਿ ਇਹ ਕੰਮ ਕੀਤਾ ਜਾਏ। ਜਦੋਂ ਸਰੀਰ ਦੇ ਇਸ ਬਿਹੇਵੀਅਰ ਤੋਂ ਬਾਅਦ ਕੰਮ ਦੇ ਸਿੱਟੇ ਵਜੋਂ ਮਨ ਨੂੰ ਕੋਈ ਇਨਾਮ ਮਿਲਦਾ ਦਿਖਿਆ ਤਾਂ ਮਨ ਨੇ ਫਿਰ ਖਾਹਿਸ਼ ਜ਼ਾਹਰ ਕੀਤੀ ਕਿ ਉਹ ਕੰਮ ਦੁਬਾਰਾ ਕੀਤਾ ਜਾਏ, ਅਤੇ ਇਸ ਦੁਬਾਰਾ ਦੇ ਚੱਕਰ ਵਿੱਚ ਹੀ ਦੁਹਰਾਓ ਕਰਦਿਆਂ ਉਹ ਕੰਮ ਇੱਕ ਦਿਨ ਸਾਡੀ ਪੱਕੀ ਆਦਤ ਬਣ ਗਿਆ। ਇੱਕ ਮਾੜੀ ਆਦਤ ਦੇ ਉਦਾਹਰਣ ਵਜੋਂ ਜਦੋਂ ਸਾਡੀ ਸਵੇਰੇ ਅੱਖ ਖੁੱਲ੍ਹੀ ਤਾਂ ਇਨਾਮ ਵਜੋਂ ਹੋਰ ਆਰਾਮ ਜਾਂ ਨੀਂਦ ਲੈਣ ਦੇ ਚੱਕਰ ਵਿੱਚ ਮਨ ਨੇ ਸਰੀਰ ਨੂੰ ਪ੍ਰੇਰਿਆ ਕਿ ਅਲਾਰਮ ਕਲੌਕ ਬੰਦ ਕੀਤਾ ਜਾਵੇ, ਅਤੇ ਜਦੋਂ ਜੀਵ ਨੇ ਇਸੇ ਤਰ੍ਹਾਂ ਬਿਹੇਵ ਕੀਤਾ ਤਾਂ ਰਿਵਾਰਡ ਵਜੋਂ ਹੋਰ ਨੀਂਦ ਮਿਲ ਗਈ। ਬਸ ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਲੇਟ ਉੱਠਦਿਆਂ ਸਾਡੀ ਇੱਕ ਲੇਟ ਉੱਠਣ ਦੀ ਪੱਕੀ ਆਦਤ ਬਣ ਗਈ। ਗੁਰੂ ਸਾਹਿਬ ਦਾ ਫਰਮਾਨ ਹੈ, ਜੈਸਾ ਸੇਵੈ ਤੈਸੋ ਹੋਏ। ਭਾਵ ਕਿ ਮਨ ਵਿੱਚ ਜਿਹੋ ਜਿਹੇ ਫੁਰਨੇ ਆਉਣਗੇ, ਮਨ ਜਿਹੋ ਜਿਹੇ ਦਾ ਸਿਮਰਨ ਕਰੇਗਾ ਤਿਹੋ ਜਿਹਾ ਹੀ ਹੋ ਜਾਏਗਾ। ਫਿਰ ਇਸ ਦਾ ਮਤਲਬ ਇਹ ਵੀ ਹੋਇਆ ਕਿ ਮਨ ਬਦਲਣ ਯੋਗ ਹੈ। ਜੇ ਮਨ ਨੂੰ ਇਹ ਅਵੇਅਰਨੈਸ ਆ ਜਾਏ ਕਿ ਮੇਰੇ ਲਈ ਚੰਗਾ ਕੀ ਹੈ ਅਤੇ ਮੇਰੇ ਲਈ ਮਾੜਾ ਕੀ ਹੈ, ਤਾਂ ਸਰਕਲ ਦੇ ਸ਼ੁਰੂ ਹੁੰਦਿਆਂ ਹੀ, ਭਾਵ ਕਿ ਜਦੋਂ ਮਨ ਟ੍ਰਿਗਰ ਹੋਇਆ ਉਦੋਂ ਹੀ ਸੁਚੇਤ ਹੋ ਕੇ ਇਹ ਵਿਚਾਰਿਆ ਜਾ ਸਕਦਾ ਹੈ ਕਿ ਅਸੀਂ ਇਹ ਆਦਤ ਪਾਉਣੀ ਹੈ ਜਾਂ ਨਹੀਂ ਪਾਉਣੀ। ਮੈਂ ਇੱਕ ਸਟੀਵਨ ਕੋਵੀ ਦੀ ਕਿਤਾਬ ਦੇ ਵਿੱਚੋਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਉਹਦੇ ਮੁਤਾਬਕ ਕਿਸੇ ਵੀ ਆਦਤ ਲਈ ਇਹ 3 ਚੀਜ਼ਾਂ ਦੀ ਪ੍ਰੈਜ਼ੈਂਸ ਹੋਣੀ ਜ਼ਰੂਰੀ ਹੈ। ਪਹਿਲੀ ਚੀਜ਼ ਹੈ ਉਸ ਕੰਮ ਬਾਰੇ ਜਾਣਕਾਰੀ ਜਾਂ ਨੌਲੇਜ ਜਾਂ ਅਵੇਅਰਨੈਸ ਕਿ ਅਸੀਂ ਇਹ ਕੰਮ ਕਿਉਂ ਕਰਨਾ ਹੈ। ਫਰਜ਼ ਕਰੋ ਜੇ ਅਸੀਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਹੈ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਸਵੇਰੇ ਉੱਠਣਾ ਕਿਉਂ ਹੈ, ਸਾਡਾ ਪਰਪਸ ਕੀ ਹੈ। ਅਸੀਂ ਸਵੇਰੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ, ਸਿਮਰਨ ਅਤੇ ਨਿਤਨੇਮ ਦਾ ਲਾਹਾ ਲੈਣਾ ਹੈ, ਹੋਰ ਸਮਾਂ ਵੱਧ ਮਿਲੇਗਾ ਤਾਂ ਸੈਰ ਜਾਂ ਐਕਸਰਸਾਈਜ਼ ਕਰਨੀ ਹੈ ਜਾਂ ਕੋਈ ਚੰਗੀ ਕਿਤਾਬ ਵੀ ਪੜ੍ਹਨੀ ਹੈ। ਸੋ ਮਨ ਨੂੰ ਇਹ ਨੌਲੇਜ ਜਾਂ ਜਾਣਕਾਰੀ ਜ਼ਰੂਰੀ ਹੈ ਕਿ ਇਹ ਕੰਮ ਕਰਨਾ ਕਿਉਂ ਹੈ। ਦੂਸਰੀ ਜ਼ਰੂਰੀ ਚੀਜ਼ ਹੈ ਕੰਮ ਦੀ ਚਾਹਤ, ਕਿਉਂਕਿ ਜਿੱਥੇ ਚਾਹ ਉੱਥੇ ਰਾਹ। ਜੇ ਸਵੇਰੇ ਜਲਦੀ ਉੱਠ ਕੇ ਵੇਲਾ ਸੰਭਾਲਣ ਦੀ ਚਾਹਤ ਹੀ ਨਾ ਹੋਈ ਤਾਂ ਫਿਰ ਆਦਤ ਬਣਨੀ ਮੁਸ਼ਕਲ ਹੋ ਜਾਏਗੀ। ਤੀਸਰੀ ਜ਼ਰੂਰੀ ਚੀਜ਼ ਹੈ, ਜਿਸ ਚੀਜ਼ ਦੀ ਆਦਤ ਬਣਾਉਣੀ ਹੈ ਉਹ ਕੰਮ ਅਸੀਂ ਕਰਨਾ ਕਿਵੇਂ ਹੈ। ਸਾਡੀ ਉਦਾਹਰਣ ਮੁਤਾਬਕ ਜੇ ਅਸੀਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਹੈ ਤਾਂ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਵੇਲੇ ਸਿਰ ਸੋਵਾਂਗੇ ਤਾਂ ਵੇਲੇ ਸਿਰ ਉੱਠਾਂਗੇ। ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ। ਦੂਸਰਾ, ਅਸੀਂ ਜਾਂ ਤਾਂ ਅਲਾਰਮ ਲਾ ਕੇ ਸੋਵਾਂਗੇ ਜਾਂ ਫਿਰ ਕਿਸੇ ਨੂੰ ਕਹਿ ਕੇ ਸੋਵਾਂਗੇ ਕਿ ਮੈਨੂੰ ਸਵੇਰੇ ਇੰਨੇ ਵਜੇ ਉਠਾ ਦਿਓ। ਸੋ ਮੁੱਕਦੀ ਗੱਲ, ਕਿਸੇ ਵੀ ਆਦਤ ਲਈ ਇਹਨਾਂ 3 ਚੀਜ਼ਾਂ ਦੀ ਪ੍ਰੈਜ਼ੈਂਸ ਹੋਣੀ ਬਹੁਤ ਜ਼ਰੂਰੀ ਹੈ। ਇੱਕ ਹੋਰ ਪ੍ਰਚਲਿਤ ਥਿਊਰੀ ਦੇ ਮੁਤਾਬਕ ਜੇ ਤੁਸੀਂ ਕਿਸੇ ਵੀ ਕੰਮ ਨੂੰ 6 ਹਫ਼ਤੇ ਜਾਂ 40 ਦਿਨ ਲਗਾਤਾਰ ਦ੍ਰਿੜ ਹੋ ਕੇ ਕਰ ਲੈਂਦੇ ਹੋ ਤਾਂ ਤੁਹਾਡੀ ਪੱਕੀ ਆਦਤ ਬਣ ਜਾਂਦੀ ਹੈ। ਗੁਰਬਾਣੀ ਵਿੱਚ ਬਹੁਤ ਸਾਰੇ ਪ੍ਰਮਾਣ ਐਸੇ ਹਨ ਜਿਨ੍ਹਾਂ ਵਿੱਚ ਬਾਰ-ਬਾਰ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ ਤਾਂ ਜੋ ਇਹ ਸਾਡੀ ਇੱਕ ਪੱਕੀ ਆਦਤ ਬਣ ਜਾਵੇ। ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਧਨ ਤ੍ਰਪੀਐ। ਇੱਕ ਗੱਲ ਅਸੀਂ ਯਾਦ ਰੱਖੀਏ ਕਿ ਪਹਿਲਾਂ ਆਦਤਾਂ ਨੂੰ ਅਸੀਂ ਬਣਾਉਂਦੇ ਹਾਂ ਅਤੇ ਫਿਰ ਉਹੀ ਆਦਤਾਂ ਸਾਨੂੰ ਬਣਾਉਂਦੀਆਂ ਹਨ। ਅਤੇ ਅਸੀਂ ਇਹ ਤੈਅ ਕਰਨਾ ਕਿ ਅਸੀਂ ਕਿਹੋ ਜਿਹੀਆਂ ਆਦਤਾਂ ਪਾਉਣੀਆਂ ਹਨ। ਭੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।